ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਗੁਰੂਆਂ ਦੇ ਰੂਪ ਦੇ ਵਿੱਚ ਆਣ ਕੇ, ਅਵਤਾਰਾਂ ਦੇ ਰੂਪ ਵਿੱਚ ਆਣ ਕੇ ਜੋ ਭਾਈ ਅਨੁਭਵ ਦਾ ਉਪਦੇਸ਼ ਦਿੱਤਾ ਉਹ ਬਾਣੀ ਦੇ ਵਿੱਚ। ਇਸ ਕਰਕੇ ਜਿਹੜਾ ਮਹਾਰਾਜ ਨੇ ਬਚਨ ਕੀਤਾ ਕਿ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਹੁਕਮ ਰਚਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਭਾਈ ਜਿਹੜਾ ਵੇਦਾਂ ਗ੍ਰੰਥਾਂ ਦੇ ਵਿੱਚ ਬਾਣੀ ਦੇ ਵਿੱਚ ਜਿਹੜਾ ਲਿਖਿਆ ਹੋਇਆ ਇਹ ਆ ਵਾਹਿਗੁਰੂ ਪਰਮਾਤਮਾ ਦਾ ਹੁਕਮ। ਔਰ ਇਸ ਹੁਕਮ ਨੂੰ ਪਿਆਰ ਦੇ ਨਾਲ ਰਜਾ ਦੇ ਵਿੱਚ ਇਸ ਨੂੰ ਪ੍ਰਵਾਨ ਕਰਨਾ, ਇਹਦੇ ਤੇ ਅਮਲ ਕਰਨਾ, ਤੇ ਤਾਂ ਹੀ ਕੂੜ ਦੀ ਕੰਧ ਜਿਹੜੀ ਹੈਗੀ ਆ ਉਹ ਦੂਰ ਹੋਵੇਗੀ ਤੇ ਪਰਮਾਤਮਾ ਦਾ ਪ੍ਰਕਾਸ਼ ਹੋਵੇਗਾ। ਤੋ ਇਸੇ ਤਰ੍ਹਾਂ ਹੀ ਮਹਾਰਾਜ ਬਾਣੀ ਦੇ ਵਿੱਚ ਉਪਦੇਸ਼ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਿਸਾਖ ਤੀਰਹਨ ਕਿਉ ਵਾਡੀਆਂ ਜਿਨ੍ਹਾਂ ਪ੍ਰੇਮ ਵਿਛੋਹ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਮਹਾਰਾਜ ਵਿਸਾਖ ਦੇ ਮਹੀਨੇ ਦਾ ਉਪਦੇਸ਼ ਦਿੰਦੇ ਨੇ ਕਿ ਭਾਈ ਵਿਸਾਖ ਦੇ ਮਹੀਨੇ ਦੇ ਵਿੱਚ ਫਸਲਾਂ ਪੱਕ ਗਈਆਂ, ਦੇਖ ਕੇ ਬਹੁਤ ਆਨੰਦ ਆਉਂਦਾ। ਪੱਕੀ ਫਸਲ ਦੇਖ ਕੇ ਬਹੁਤ ਆਮਦਨ ਆਏਗੀ, ਬਹੁਤ ਖੁਸ਼ੀ ਆਏਗੀ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਆ ਕਿ ਭਾਈ ਪਰ ਜੇਕਰ ਸੰਤੁਸ਼ਟੀ ਨਹੀਂ ਆਈ, ਜੇਕਰ ਧੀਰਜ ਨਹੀਂ ਆਇਆ, ਸੰਤੋਖ ਨਹੀਂ ਆਇਆ, ਤਾਂ ਫਿਰ ਇਹਦਾ ਕੋਈ ਫਾਇਦਾ ਨਹੀਂ। ਕਿਉਂ ਨਹੀਂ ਇਸ ਨੂੰ ਧੀਰਜ ਆ ਰਿਹਾ? ਕਿਉਂਕਿ ਮਹਾਰਾਜ ਕਹਿੰਦੇ ਨੇ ਕਿ ਇਹਦਾ ਵਾਹਿਗੁਰੂ ਪਰਮਾਤਮਾ ਦੇ ਨਾਲੋਂ ਜਿਹੜਾ ਪ੍ਰੇਮ ਆ ਉਹਦੇ ਵਿੱਚ ਵਿਛੋੜਾ, ਪ੍ਰੇਮ ਦੇ ਵਿੱਚ ਵਿਛੋੜਾ, ਨਿਤਨੇਮ ਦੇ ਵਿੱਚ ਵਿਛੋੜਾ, ਅੰਮ੍ਰਿਤ ਵੇਲੇ ਉੱਠਣ 'ਚ ਵਿਛੋੜਾ, ਦਇਆ ਸੰਤੋਖ ਦੇ ਵਿੱਚ ਵਿਛੋੜਾ, ਪਰਉਪਕਾਰ ਦੇ ਵਿੱਚ ਵਿਛੋੜਾ ਹੋਣ ਕਰਕੇ ਇਹਨੂੰ ਧੀਰਜ ਨਹੀਂ ਆ ਰਿਹਾ। ਅਰਬ ਖਰਬ ਮਾਇਆ ਮਿਲੇ ਸੁਤੇ ਅਸਤ ਕੋ ਰਾਜ, ਤੁਲਸੀ ਹਰ ਕੇ ਨਾਮ ਬਿਨ ਸਭੇ ਨਰਕਾ ਸਾਜ। ਸੈਂਸ ਖਟੇ ਲੱਖ ਕੋ ਹੜਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾ। ਭਾਈ ਧੀਰਜ ਜਿਹੜਾ ਹੈਗਾ ਇਹ ਪਰਮੇਸ਼ਰ ਪਰਮਾਤਮਾ ਜੀ ਦਾ ਬਹੁਤ ਵੱਡਾ ਧਨ ਆ। ਇਸ ਤਰ੍ਹਾਂ ਇੱਕ ਸਮਝਦਾਰ ਪਿਤਾ ਆਪਣੇ ਬੱਚੇ ਵਾਸਤੇ ਕਈ ਪ੍ਰਕਾਰ ਦੇ ਸਾਧਨ ਬਣਾਉਂਦਾ, ਐਫਡੀਆਂ ਕਰਾਉਂਦਾ, ਧਨ ਇਕੱਠਾ ਕਰਦਾ ਕਿ ਮੇਰਾ ਬੱਚਾ ਸਮਰੱਥ ਹੋ ਜਾਵੇ। ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੋ ਪਰਮ ਪਿਤਾ ਹੈ ਉਸਨੇ ਵੀ ਜੀਵ ਨੂੰ ਬਹੁਤ ਜ਼ਿਆਦਾ ਧਨ ਦਿੱਤਾ। ਉਹ ਕਿਹੜਾ ਧਨ ਆ? ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਮਤ ਵਿੱਚ ਰਤਨ ਜਵਾਹਰ ਮਾਣਿਕ। ਮਤੀ ਦੇ ਵਿੱਚ ਰਤਨਾਂ ਵਰਗੇ ਕੀਮਤੀ ਗੁਣ ਜਿਹੜੇ ਉਹ ਪਰਮੇਸ਼ਰ ਪਰਮਾਤਮਾ ਜੀ ਨੇ ਦਿੱਤੇ ਹੋਏ ਨੇ। ਤੇ ਭਾਈ ਉਹਨਾਂ ਗੁਣਾਂ ਨੂੰ ਜਾਗਰਤ ਕਰਨਾ ਚਾਹੀਦਾ, ਉਹਨਾਂ ਨੂੰ ਐਕਟਿਵ ਕਰਨਾ ਚਾਹੀਦਾ। ਜਦੋਂ ਉਹਨਾਂ ਦਾ ਆਵਾਹਨ ਕਰਾਂਗੇ ਤੇ ਫਿਰ ਉਹ ਪ੍ਰਗਟ ਹੁੰਦੇ ਆ। ਜਿਸ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਰਿਸ਼ੀ ਜਿਹੜੇ ਸੀ ਉਹ ਕਿਸੇ ਦੇਵਤੇ ਦਾ ਆਵਾਹਨ ਕਰਦੇ ਸੀ, ਦੇਵਤਾ ਪ੍ਰਗਟ ਹੁੰਦਾ ਸੀ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਜਦੋਂ ਇਹਨਾਂ ਜਿਹੜੇ ਗੁਣ ਨੇ ਪਰਮਾਤਮਾ ਦੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਵੱਡੇ ਗੁਣ ਜਿਹੜੇ ਨੇ ਵਾਹਿਗੁਰੂ ਪਰਮਾਤਮਾ ਦੇ, ਇਹਨਾਂ ਦਾ ਜਦੋਂ ਆਵਾਹਨ ਕਰੇਗਾ, ਇਹਨਾਂ ਨੂੰ ਯਾਦ ਕਰੇਗਾ ਤੇ ਫਿਰ ਇਹ ਪ੍ਰਗਟ ਹੋਣਗੇ। ਇਹ ਪ੍ਰਗਟ ਹੋਣਗੇ ਤੇ ਜੀਵਨ ਸ਼ਿੰਗਾਰ ਦੇਣਗੇ।
ਜਿਸ ਤਰ੍ਹਾਂ ਰਾਜਿਆਂ ਦੇ ਗਲਾਂ ਦੇ ਵਿੱਚ ਮੋਤੀਆਂ ਦੇ ਹਾਰ ਜਿਹੜੇ ਸੀ ਉਹ ਸ਼ਿੰਗਾਰ ਬਣਦੇ ਸੀ, ਇਸੇ ਤਰ੍ਹਾਂ ਤੇਰੇ ਜੀਵਨ ਦੇ ਵਿੱਚ ਜੇਕਰ ਧੀਰਜ ਨਹੀਂ ਹੈਗਾ, ਸੰਤੋਖ ਨਹੀਂ ਹੈਗਾ, ਤੇ ਫਿਰ ਕੋਈ ਸ਼ਿੰਗਾਰ ਨਹੀਂ, ਫਿਰ ਜਿੰਨਾ ਵੀ ਮਰਜ਼ੀ ਧਨ ਆ ਜਾਵੇ, ਜਿੰਨੀ ਮਰਜ਼ੀ ਆਮਦਨ ਆ ਜਾਵੇ। ਪਿਛਲੇ ਜਿਹੜੇ ਬਜ਼ੁਰਗ ਸੀ ਉਹ ਥੋੜੀ ਥੋੜੀ ਫਸਲ ਦੇ ਨਾਲ ਹੀ ਸੰਤੁਸ਼ਟ ਹੋ ਜਾਂਦੇ ਸੀ, ਲੇਕਿਨ ਹੁਣ ਬਹੁਤ ਜ਼ਿਆਦਾ ਫਸਲ ਹੋਣ ਕਰਕੇ ਵੀ ਜੇ ਸੰਤੁਸ਼ਟੀ ਨਹੀਂ ਹੈਗੀ ਤੇ ਇਹਦਾ ਮਤਲਬ ਹੈ ਕਿ ਪਹਿਲਿਆਂ ਦੇ ਕੋਲ ਧੀਰਜ ਸੀਗਾ ਤੇ ਹੋਣ ਵਾਲਿਆਂ ਕੋਲ ਧੀਰਜ ਨਹੀਂ ਹੈਗਾ। ਛੋਟੀ ਛੋਟੀ ਗੱਲ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਲੋਕੀ ਝਗੜ ਪੈਂਦੇ ਨੇ, ਘਰਾਂ ਦੇ ਵਿੱਚ ਪਤੀ ਪਤਨੀ ਛੋਟੀ ਛੋਟੀ ਗੱਲ ਦੇ ਉੱਤੇ ਧੀਰਜ ਨਾ ਹੋਣ ਕਰਕੇ ਝਗੜ ਪੈਂਦੇ ਨੇ। ਭਾਈ ਵਾਦ ਹੋਣਾ ਚਾਹੀਦਾ, ਸੰਵਾਦ ਹੋਣਾ ਚਾਹੀਦਾ, ਨਾ ਕਿ ਵਿਵਾਦ ਹੋਣਾ ਚਾਹੀਦਾ। ਜੇ ਇੱਕ ਨੇ ਪ੍ਰਸ਼ਨ ਕੀਤਾ ਦੂਸਰਾ ਉੱਤਰ ਦੇਵੇ, ਤੋ ਧੀਰਜ ਰੱਖੋ, ਸੰਤੋਖ ਰੱਖੋ। ਮੂੰਹ ਦੇ ਵਿੱਚੋਂ ਜੋ ਸ਼ਬਦ ਹੈਗਾ ਸੁਣ ਰਹੇ ਆ, ਉਹ ਜੇਕਰ ਹੁਣ ਗੁੱਸੇ ਵਾਲਾ ਸੁਣ ਰਹੇ ਆ ਤੇ ਥੋੜੇ ਹੀ ਪਲਾਂ ਦੇ ਵਿੱਚ ਉਹ ਅੰਮ੍ਰਿਤਮਈ ਵੀ ਹੋ ਸਕਦਾ। ਜੇਕਰ ਧੀਰਜ ਰੱਖੋਗੇ ਬੜੇ ਬੜੇ ਸੰਕਟ ਜਿਹੜੇ ਨੇ ਉਹ ਟਲ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਪਰਮਾਤਮਾ ਦੇ ਨਾਲੋਂ ਵਿਛੋੜਾ ਹੋਣ ਕਰਕੇ ਤੇਰੇ ਵਿੱਚ ਧੀਰਜ ਨਹੀਂ ਹੈਗਾ ਤੇ ਜ਼ਿੰਦਗੀ ਬੇਢੰਗੀ ਚੱਲ ਰਹੀ ਆ। ਤੋ ਮਹਾਰਾਜ ਕਹਿੰਦੇ ਨੇ ਹਰ ਸਾਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਜਿਹੜੇ ਹਰੀ ਦੇ ਰੂਪ ਚੰਗੇ ਗੁਣ ਨੇ, ਚੰਗੇ ਵਿਚਾਰ ਨੇ, ਚੰਗਾ ਆਹਾਰ, ਚੰਗਾ ਵਿਵਹਾਰ, ਇਹੋ ਹੀ ਮਨੁੱਖ ਦੇ ਨਾਲ ਸਹਾਈ ਹੁੰਦਾ। ਬਾਕੀ ਹੋਰ ਕੋਈ ਸਹਾਈ ਨਹੀਂ ਹੁੰਦਾ, ਬਾਕੀ ਸਾਰੇ ਵਾਸ਼ਨਾ ਵਾਲੇ ਹੀ ਨੇ। ਸੱਜਣ ਤਾਂ ਕੇਵਲ ਵਾਹਿਗੁਰੂ ਪਰਮਾਤਮਾ ਹੀ ਆ। ਬਾਕੀ ਤੇ ਕੋਈ ਵੀ ਧਨ ਕਮਾਉਂਦਾ ਤੇ ਉਹਦੇ 'ਚ ਵਾਸ਼ਨਾ ਹੁੰਦੀ ਆ ਕਿ ਇਹ ਧਨ ਦੇ ਨਾਲ ਮੈਂ ਇਸਤਰੀ ਨੂੰ ਦਊਂਗਾ, ਇਸਤਰੀ ਖੁਸ਼ ਹੋ ਕੇ ਮੈਨੂੰ ਜ਼ਿਆਦਾ ਪਿਆਰ ਦੇਵੇਗੀ। ਤੋ ਜੇਕਰ ਮਹਾਰਾਜ ਕਹਿੰਦੇ ਆ ਕਿ ਕੁਝ ਸਮੇਂ ਮਗਰੋਂ ਫਿਰ ਇਹ ਜਿਹੜਾ ਧਨ ਆ ਇਹ ਵੀ ਬੇਕਾਰ ਹੋ ਜਾਂਦਾ। ਤੋ ਜਿਹੜਾ ਪੁਰਖ ਵਾ ਉਹ ਵਾਹਿਗੁਰੂ ਪਰਮਾਤਮਾ ਹੀ ਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਜਿਹੜੇ ਨੇ ਉਹ ਹੀ ਸੱਜਣ ਨੇ, ਉਹਨਾਂ ਦੇ ਗੁਣ ਸੱਜਣ ਆ। ਤੇ ਮਾਇਆ ਦੀ ਜਿਹੜੀ ਧੁਖੀ ਹੋਈ ਨਾ, ਇਹ ਨਰਕਾਂ ਦਾ ਕਾਰਨ ਆ। ਇਸ ਧੁਖੀ ਨੂੰ ਭਾਈ ਦੂਰ ਕਰਨਾ। ਪੁੱਤਰ ਕਲਤਰ ਨਾ ਸੰਗ ਧਨਾ, ਹਰ ਅਵਿਨਾਸ਼ੀ ਓਹੋ। ਜਿਹੜੇ ਇਸਤਰੀ ਪੁੱਤ ਵਾਸਤੇ ਤੂੰ ਧਨ ਕਮਾਉਣਾ, ਬਹੁਤ ਪਰਪੰਚ ਕਰ ਪਰ ਧਨ ਲਿਆਵੇ, ਸੁਧਦਾਰਾ ਤੇ ਆਨ ਲੜਾਵੇ। ਮਨ ਮੇਰੇ ਮੂਲੇ ਕਪਟ ਨਾ ਕੀਜੇ, ਅੰਤ ਨਿਬੇੜਾ ਤੇਰੇ ਜੀ ਤੇ। ਤੋ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਬੇਈਮਾਨੀ ਕਰਕੇ ਧਨ ਲਿਆਉਣਾ, ਕਪਟ ਕਰਕੇ ਧਨ ਘਰ 'ਚ ਲਿਆਉਣਾ ਵਾ, ਉਹ ਭਾਈ ਸੁੱਖ ਨਹੀਂ ਦੇਵੇਗਾ, ਉਹ ਨਰਕਾਂ ਦੇ ਵਿੱਚ ਲੈ ਕੇ ਜਾਵੇਗਾ, ਅਧੋਗਤੀ ਕਰੇਗਾ, ਉਹ ਤੇਰੇ ਨਾਲ ਨਹੀਂ ਜਾਵੇਗਾ। ਉਹ ਵਿਨਾਸ਼ੀ ਨਹੀਂ ਹੈਗਾ। ਅਵਿਨਾਸ਼ੀ ਉਹ ਆ ਜਿਹੜਾ ਚੰਗਾ ਕਰਮ ਕੀਤਾ, ਕਮਾਈ ਕਰਦਾ ਪਰ ਭਾਵ ਰੱਖ ਕਿ ਮੈਂ ਸਾਰਿਆਂ ਨੂੰ ਸੁੱਖ ਦੇਣਾ ਤਾਂ ਮੈਂ ਕਮਾਈ ਆ। ਦੂਸਰਿਆਂ ਨੂੰ ਦੁੱਖ ਦੇ ਕੇ ਜਿਹੜੀ ਕਮਾਈ ਆ ਉਹ ਭਾਈ ਸੁਖੀ ਨਹੀਂ ਹੈਗਾ। ਮਿਲਾਵਟ ਨਹੀਂ ਕਰਨੀ, ਧੋਖਾ ਨਹੀਂ ਕਰਨਾ, ਰਿਸ਼ਵਤ ਨਹੀਂ ਕਰਨੀ, ਚੋਰੀ ਨਹੀਂ ਕਰਨੀ, ਕਪਟ ਨਹੀਂ ਕਰਨਾ, ਸ਼ੁੱਧ ਕਿਰਤ ਕਰਨੀ ਆ। ਤੇ ਸ਼ੁੱਧ ਕਿਰਤ ਦਾ ਭਾਵ ਰੱਖਣਾ ਕਿ ਘਰ ਦਾ ਪ੍ਰਬੰਧ ਕਰਕੇ ਪ੍ਰਸ਼ਾਦਾ ਛਕ ਕੇ ਬਾਕੀ ਦਾ ਜਿਹੜਾ ਹੈਗਾ ਉਹ ਪ੍ਰਮਾਤਮਾ ਦੇ ਅਰਥ ਲਾਉਣਾ। ਇਹ ਜਿਹੜਾ ਭਾਵ ਆ ਇਹ ਅਵਿਨਾਸ਼ੀ ਭਾਵ ਹੁੰਦਾ। ਪਲਚ ਪਲਚ ਸਗਲੀ ਮੁਈ, ਝੂਠੇ ਧੰਦੇ ਮੋਹ। ਤੋ ਮਹਾਰਾਜ ਕਹਿੰਦੇ ਨੇ ਕਿ ਉਪਦੇਸ਼ ਸੁਣਦੇ ਨੇ ਪਰ ਫਿਰ ਵੀ ਖੱਪ ਖੱਪ ਕੇ ਸਾਰੀ ਦੁਨੀਆ ਜਿਹੜੀ ਹੈਗੀ ਉਹ ਮਾਇਆ ਦੇ ਪਿੱਛੇ ਲੱਗ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਅਨਕ ਭੋਗ ਵਿਖਿਆ ਕੇ ਕਰੇ, ਨਾ ਤ੍ਰਿਪਤਾਵੇ ਖੱਪ ਖੱਪ ਮਰੇ। ਖੱਪ ਖੱਪ ਕੇ ਜੀਵ ਜਿਹੜਾ ਹੈਗਾ ਉਹ ਮਰ ਜਾਂਦਾ, ਪਰ ਇਹਨੂੰ ਸਕੂਨ ਨਹੀਂ ਮਿਲਦਾ, ਇਹਨੂੰ ਧੀਰਜ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਕਿਉਂਕਿ ਇਹ ਝੂਠੇ ਧੰਦੇ ਨੇ। ਪਰਮਾਤਮਾ ਭਾਵ ਦਾ ਭੁੱਖਾ, ਪਰਮਾਤਮਾ ਪ੍ਰੇਮ ਦਾ ਭੁੱਖਾ। ਇਸ ਕਰਕੇ ਜਿਸ ਧੰਦੇ ਦੇ ਵਿੱਚ ਪ੍ਰੇਮ ਆ, ਭਾਵਨਾਵਾਂ, ਸ਼ੁੱਧ ਭਾਵਨਾਵਾਂ, ਸਾਰਿਆਂ ਨੂੰ ਸੁੱਖ ਦੇਣ ਦੀ ਭਾਵਨਾ, ਉਹ ਹੀ ਸੱਚਾ ਧੰਦਾ ਵਾ। ਤੇ ਜਿਹਦੇ ਵਿੱਚ ਮੋਹ ਆ, ਕਪਟ ਆ,
ਆਪਣੇ ਜੀਆਂ ਦਾ ਹੀ ਹਿੱਤ ਆ, ਆਪਣੇ ਜੀਆਂ ਦਾ ਹੀ ਲਾਭ ਆ, ਤੇ ਭਾਈ ਉਹ ਧੰਦਾ ਝੂਠਾ ਮੰਨਿਆ ਜਾਂਦਾ। ਇਸ ਕਰਕੇ ਸੱਚਾ ਧੰਦਾ ਕਰੋ, ਜਿਹਦੇ ਨਾਲ ਦੂਸਰਿਆਂ ਨੂੰ ਵੀ ਸੁੱਖ ਹੋਵੇ। ਜੇ ਦੂਸਰਿਆਂ ਨੂੰ ਸੁੱਖ ਹੋਊਗਾ ਤਾਂ ਹੀ ਘਰ 'ਚ ਸੁੱਖ ਆਏਗਾ। ਕਿਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ। ਤੋ ਜੇਕਰ ਇਸ ਤਰ੍ਹਾਂ ਕਰਦੇ ਰਹੋਗੇ ਨਾ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਪੋਗੇ ਨਹੀਂ, ਉਹਦੀ ਸੇਵਾ ਨਹੀਂ ਕਰੋਗੇ, ਸਿਮਰਨ ਨਹੀਂ ਕਰੋਗੇ, ਪਰਉਪਕਾਰ ਦਇਆ ਨਹੀਂ ਕਰੋਗੇ ਜਵਾਨੀ ਦੇ ਵਿੱਚ, ਤੇ ਭਾਈ ਬੁਢੇਪੇ ਦੇ ਵਿੱਚ ਫਿਰ ਸਾਰਾ ਕੁਝ ਖੋਇਆ ਜਾਏਗਾ। ਸਾਰੀ ਸ਼ਾਂਤੀ ਖੋਈ ਜਾਏਗੀ, ਚੈਨ ਖੋਇਆ ਜਾਏਗਾ, ਬੁਢੇਪਾ ਬੇਚੈਨ ਹੋ ਜਾਏਗਾ, ਬੁਢੇਪਾ ਦੁਖੀ ਹੋ ਜਾਏਗਾ, ਹਤਾਸ਼ ਹੋ ਜਾਏਗਾ, ਪਛਤਾਏਗਾ ਕਿ ਮੈਂ ਤੇ ਕੁਝ ਕੀਤਾ ਹੀ ਨਹੀਂ। ਦੂਸਰਾ ਆਪਣੇ ਪਰਿਵਾਰ ਦੇ ਜੀਆਂ ਦਾ ਹੀ ਫਾਇਦਾ ਕਰਦਾ ਰਿਹਾ। ਤੋ ਇਸ ਕਰਕੇ ਖੋਇਆ ਜੀਵ ਬੁਢੇਪੇ ਦੇ ਵਿੱਚ ਹੋ ਜਾਂਦਾ। ਤੋ ਮਹਾਰਾਜ ਕਹਿੰਦੇ ਆ ਕਿ ਭਾਈ ਇਹੋ ਜਿਹਾ ਕੰਮ ਨਾ ਕਰੀ ਜਿਹੜਾ ਬੁਢੇਪੇ ਦੇ ਵਿੱਚ ਖੋਇਆ ਮਹਿਸੂਸ ਕਰੇ, ਭਰਿਆ ਜਿਹਾ ਮਹਿਸੂਸ ਕਰੇ। ਜੇ ਜਵਾਨੀ ਦੇ ਵਿੱਚ ਚੰਗੇ ਕੰਮ ਕਰੇਗਾ, ਪਰਉਪਕਾਰ ਕਰੇਗਾ, ਤੇ ਬੁਢੇਪੇ ਦੇ ਵਿੱਚ ਉਹਦਾ ਇੰਜੋਏ ਮਿਲੇਗਾ, ਉਹਦਾ ਰਸ ਮਿਲੇਗਾ। ਇਹੋ ਹੀ ਮਹਾਰਾਜ ਕਹਿੰਦੇ ਨੇ ਕਿ ਇਸ ਚੀਜ਼ ਨੂੰ ਕੋਈ ਖੋ ਨਹੀਂ ਸਕਦਾ। ਤੋ ਮਹਾਰਾਜ ਕਹਿੰਦੇ ਨੇ ਕਿ ਥਾਪਿਆ ਨ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਾ ਉਹ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਰਚੂ ਕੇ ਭੋਗ। ਉਹ ਜਿਹੜੇ ਚੰਗੇ ਕਰਮ ਨੇ ਉਹ ਮਰਦੇ ਨਹੀਂ, ਉਹ ਹਮੇਸ਼ਾ ਹੀ ਇੰਜੋਏ ਦਿੰਦੇ ਨੇ, ਬੁਢੇਪੇ ਦੇ ਵਿੱਚ ਅਖੀਰ ਤੱਕ ਆਨੰਦ ਦਿੰਦੇ ਨੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਏਕਸ ਹਰਿ ਕੇ ਨਾਮ ਬਿਨ ਅੱਗੇ ਲਈਏ ਖੋ। ਜੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਉਹਦੇ ਨਾਲ ਜੁੜੇ ਨਹੀਂ, ਧੀਰਜ ਨਹੀਂ ਰੱਖਿਆ, ਸੰਤੋਖ ਨਹੀਂ ਰੱਖਿਆ, ਭਲਾ ਨਹੀਂ ਕੀਤਾ, ਕਪਟ ਕੀਤਾ, ਛਲ ਕੀਤਾ, ਤੋ ਫਿਰ ਅੱਗੇ ਬੁਢੇਪੇ ਦੇ ਵਿੱਚ ਖੋਇਆ ਜਿਹਾ ਮਹਿਸੂਸ ਕਰੇਗਾ। ਦੋਏ ਵਿਸਾਰ ਵੇ ਗੁਚਣਾ, ਪ੍ਰਭ ਬਿਨ ਅਵਰ ਨ ਕੋਏ। ਜੇ ਭਾਈ ਤੂੰ ਚੰਗੇ ਕੰਮਾਂ ਨੂੰ ਵਿਸਾਰ ਦਿੱਤਾ ਤੇ ਖੱਜਲ ਖਰਾਬ ਹੋਏਗਾ, ਕਿਉਂਕਿ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਤੈਨੂੰ ਛਡਾਉਣ ਵਾਲਾ ਨਹੀਂਗਾ। ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਤੇਰੀ ਵੀ ਕੋਈ ਇੱਜ਼ਤ ਬਚਾਉਣ ਵਾਲਾ ਨਹੀਂ ਹੈਗਾ। ਇਹ ਜਿੰਨੇ ਵੀ ਸੰਬੰਧੀ ਹੁੰਦੇ, ਇਹ ਸਾਰੇ ਕਾਮਨਾ ਦੇ ਹੁੰਦੇ ਆ। ਜਿੰਨੇ ਦੋਸਤ ਹੁੰਦੇ ਸੰਸਾਰ ਦੇ ਵਿੱਚ, ਇਹ ਸਾਰੇ ਕਾਮਨਾ ਦੇ ਹੁੰਦੇ ਆ। ਜੇਕਰ ਕਾਮਨਾ ਪੂਰਤੀ ਆ ਤੇ ਦੋਸਤ ਆ, ਜੇ ਕਾਮਨਾ ਦੀ ਪੂਰਤੀ ਨਹੀਂ ਹੋ ਰਹੀ ਤੇ ਫਿਰ ਦੂਰੀਆਂ ਬਣਾ ਲੈਂਦੇ ਨੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਪਹਿਲੋਂ ਹੀ ਵਿਵੇਕ ਦੇ ਨਾਲ ਚੱਲੀ, ਕਿ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਣਾ ਆ, ਸੇਵਾ ਕਰਨਾ ਆ, ਭਲਾ ਕਰਨਾ ਆ, ਸਿਮਰਨ ਕਰਨਾ ਆ, ਯਾਤਰਾ ਕਰਨਾ ਆ। ਜੇ ਇਹਨਾਂ ਗੁਣਾਂ ਨੂੰ ਵਿਸਾਰ ਦੇਵੇਂਗਾ ਤੇ ਫਿਰ ਗੁਚਣਾ, ਫਿਰ ਖੱਜਲ ਖਰਾਬ ਹੋਏਗਾ, ਫਿਰ ਜ਼ਿੰਦਗੀ ਬੇਰਸੀ ਹੋ ਜਾਏਗੀ, ਨਾ ਇੱਧਰ ਜੋਗਾ ਨਾ ਉੱਧਰ ਜੋਗਾ। ਲੋਕ ਵੀ ਦੁਖੀ ਹੋ ਜਾਏਗਾ, ਪਰਲੋਕ ਵੀ ਦੁਖੀ ਹੋ ਜਾਏਗਾ। ਤੋ ਭਾਈ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਏਗਾ। ਪ੍ਰੀਤਮ ਚਰਣੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਜਿਹੜੇ ਵਾਹਿਗੁਰੂ ਦੇ ਚਰਨੀ ਲੱਗੇ ਆ, ਉਹਨਾਂ ਦੀ ਪਛਾਣ ਇਹ ਆ ਕਿ ਉਹਨਾਂ ਦੀ ਨਿਰਮਲ ਸੋਏ ਹੋ ਜਾਂਦੀ ਹੈ। ਉਹਨਾਂ ਦਾ ਆਹਾਰ ਤੇ ਵਿਵਹਾਰ ਨਿਰਮਲ ਹੋ ਜਾਂਦਾ। ਭਾਈ ਉਹ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਦੇ ਆ, ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ, ਔਰ ਮਨ ਭਜਨ ਔਰ ਕਰਮ ਕਰਕੇ ਸ਼ੁੱਧ ਹੋ ਜਾਂਦੇ ਨੇ। ਮਨ ਕਰਕੇ ਵੀ ਉਹ ਸਾਰਿਆਂ ਦਾ ਭਲਾ ਲੋਚਦੇ ਨੇ, ਬਚਨ ਕਰਕੇ, ਬੋਲ ਕਰਕੇ ਵੀ ਦੂਸਰਿਆਂ ਨੂੰ ਠੰਡੇ ਬੋਲ ਬੋਲਦੇ ਨੇ, ਕਰਮ ਕਰਕੇ ਵੀ ਭਾਈ ਉਹ ਸ਼ੁੱਧ ਕਰਮ ਕਰਦੇ ਨੇ, ਸ਼ੁੱਧ ਕਿਰਤ ਕਰਦੇ ਨੇ। ਤੋ ਇਸ ਕਰਕੇ ਉਹਨਾਂ ਦਾ ਆਹਾਰ ਵੀ ਤੇ ਵਿਵਹਾਰ ਵੀ ਜਿਹੜਾ ਉਹ ਸ਼ੁੱਧ ਰਹਿੰਦਾ, ਇਸ ਕਰਕੇ ਮਨ ਵੀ ਸ਼ੁੱਧ ਰਹਿੰਦਾ। ਇਹ ਉਹਨਾਂ ਦੀ ਪਛਾਣ ਹੈ ਕਿ ਉਹਨਾਂ ਦੀ ਨਿਰਮਲ ਸੋਏ ਹੋ ਜਾਂਦੀ। ਉਹਨਾਂ ਦੀ ਜਿਹੜੀ ਅਵਸਥਾ, ਉਹਨਾਂ ਦਾ ਸਾਰਾ ਭਾਵ ਜਿਹੜਾ ਹੈਗਾ ਉਹ ਨਿਰਮਲ ਹੋ ਜਾਂਦਾ। ਇਹੋ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਉਪਦੇਸ਼ ਦਿੰਦੇ ਨੇ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਇੱਥੇ ਮਹਾਰਾਜ ਬੇਨਤੀ ਦਾ ਉਪਦੇਸ਼ ਕਰਦੇ ਨੇ ਕਿ ਭਾਈ ਬੇਨਤੀ ਕਰ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਕਿ ਮਹਾਰਾਜ ਮੈਨੂੰ ਵੀ ਪਰਮਾਤਮਾ ਮਿਲੋ, ਮੈਨੂੰ ਵੀ ਸਹਿਜ ਮਿਲੇ, ਮੈਨੂੰ ਵੀ ਇਹ ਚੰਗੇ ਗੁਣ ਮਿਲਣ, ਮੈਨੂੰ ਵੀ ਚੰਗਾ ਜੀਵਨ ਮਿਲੇ, ਨਾਮ ਮਿਲੇ,
ਕੀ ਮਹਾਰਾਜ ਤੋਂ ਮੰਗਣਾ ਚਾਹੀਦਾ? ਸੱਚੇ ਪਾਤਸ਼ਾਹ ਜੀ ਤੋਂ ਮੰਗਣਾ ਚਾਹੀਦਾ ਨਾਮ ਦਾਨ ਇਸ਼ਨਾਨ, ਕਿ ਮਹਾਰਾਜ ਮੈਂ ਨਾਮ ਜਪਦਾ ਰਹਾਂ, ਦਾਨ ਮੇਰੇ ਕੋਲ ਇੰਨਾ ਸਮਰੱਥਾ ਆ ਜਾਵੇ ਕਿ ਮੈਂ ਸਦਾ ਹੀ ਪਰਉਪਕਾਰ ਕਰਦਾ ਰਵਾਂ, ਸਦਾ ਹੀ ਦਾਨ ਕਰਦਾ ਰਵਾਂ, ਧਰਮ ਦੇ ਲੇਖੇ ਮੈਂ ਸਦਾ ਹੀ ਕੁਛ ਨਾ ਕੁਛ ਦਾਨ ਪੁੰਨ ਕਰਦਾ ਰਵਾਂ। ਔਰ ਇਸ਼ਨਾਨ ਅੰਮ੍ਰਿਤ ਵੇਲੇ ਭਾਈ ਇਸ਼ਨਾਨ ਕਰਾਂ, ਅੰਮ੍ਰਿਤ ਵੇਲਾ ਸੰਭਾਲਾਂ। ਤੋ ਇਹ ਵਾਹਿਗੁਰੂ ਪਰਮਾਤਮਾ ਜੀ ਤੋਂ ਮੰਗਣਾ ਚਾਹੀਦਾ ਬੇਨਤੀ ਕਰਕੇ। ਕੁਝ ਵੀ ਕਰਨਾ ਪਹਿਲੋਂ ਮੰਗਲਾਚਰਨ ਵਾਹਿਗੁਰੂ ਪਰਮਾਤਮਾ ਦਾ ਓਟ ਆਸਰਾ ਲੈ ਕੇ ਫੇਰ ਹੀ ਸ਼ੁਰੂ ਕਰਨਾ, ਉਹਦੇ ਵਿੱਚ ਸਫਲਤਾ ਮਿਲਦੀ ਹੈ। ਵਿਸਾਖ ਸੁਹਾਵਾ ਤਾਂ ਲੱਗੇ, ਜਾਂ ਸੰਤ ਭੇਟੇ ਹਰ ਸੋਏ। ਵਿਸਾਖ ਦਾ ਮਹੀਨਾ ਕਣਕਾਂ ਦੀਆਂ ਫਸਲਾਂ ਪੱਕੀਆਂ ਸੋਹਣੀਆਂ ਲੱਗਦੀਆਂ, ਪਰ ਸੋਹਣੀਆਂ ਤਾਂ ਹੀ ਆ ਜੇਕਰ ਆਰਗਨ ਖੇਤੀ ਹੋਵੇ, ਦੇਸੀ ਖੇਤੀ ਹੋਵੇ, ਤੇ ਭਾਈ ਸ਼ੁੱਧ ਭਾਵਨਾ ਦੇ ਨਾਲ ਇਹਨੂੰ ਤਿਆਰ ਕੀਤਾ ਜਾਵੇ। ਤੇ ਮਹਾਰਾਜ ਕਹਿੰਦੇ ਨੇ ਕਿ ਮਹਾਂਪੁਰਖਾਂ ਦੀ ਸੰਗਤ ਮਿਲੇ, ਨਾਮ ਜਪੇ, ਸੇਵਾ ਕਰੇ, ਸਿਮਰਨ ਕਰੇ, ਪ੍ਰਮਾਤਮਾ ਦੇ ਗੁਣ ਗਾਵੇ, ਤੇ ਤਾਂ ਇਹਦਾ ਜਿਹੜਾ ਵਿਸਾਖ ਦਾ ਮਹੀਨਾ ਉਹ ਸੁਹਾਵਣਾ। ਤੇ ਇਹਦੇ ਨਾਲ ਕੀ ਹੋਵੇਗਾ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।